ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ CPC TV। ਕਿਸੇ ਵੇਲੇ ਕਿਸੇ ਗਵੰਤਰੀ ਨੇ ਗੀਤ ਗਾਇਆ ਸੀ ਕਿ ਜਾ ਮੁੜ ਜਾ ਜੇ ਵੀ ਇੱਥੋਂ ਮੁੜ ਜਾ ਕੈਨੇਡਾ ਵਿੱਚ ਕੀ ਰੱਖਿਆ। ਪਰ ਅੱਜ ਜੇ ਅਸੀਂ ਇਹ ਗੱਲ ਕਿਸੇ ਨੂੰ ਕਹਿੰਦੇ ਆ ਤਾਂ ਉਹ ਕਹਿੰਦੇ ਆ ਕਿ ਬਈ ਕੈਨੇਡਾ ਵਿੱਚ ਹੀ ਹੈ ਜੋ ਵੀ ਰੱਖਿਆ। ਹਾਲਾਤ ਇਹ ਨੇ ਕਿ ਜਿਵੇਂ ਨਿਰਮਲ ਸਿੱਧੂ ਨੇ ਕਿਹਾ ਸੀਗਾ ਨਾ ਕਿ ਜਿਹਨੂੰ ਵੀ ਬੁਲਾਓ ਕਹਿੰਦੇ ਨੱਚਣਾ ਹੀ ਨੱਚਣਾ। ਇੱਥੇ ਜਿਹਨੂੰ ਵੀ ਪੁੱਛੋ ਕਹਿੰਦੇ ਕੈਨੇਡਾ ਵਸਣਾ ਹੀ ਵਸਣਾ। ਆਲਮ ਇਸ ਵੇਲੇ ਦਾ ਇਹ ਆ ਕਿ ਇੱਕ ਜਣਾ ਜਿਹੜਾ ਅਫਸਰਸ਼ਾਹੀ ਦਾ ਹਿੱਸਾ ਸੀ, ਪੁਰਜਾ ਸੀਗਾ ਸਰਕਾਰ ਦਾ, 2006 ਦੇ ਵਿੱਚ ਹੀ ਕੈਨੇਡਾ ਦੀ PR ਖਰੀਦ ਲੈਂਦਾ ਹੈ ਅਤੇ ਫਿਰ ਧੜੱਲੇ ਦੇ ਨਾਲ ਇੱਥੇ ਘਪਲੇ ਕਰਦਾ। ਤਕਰੀਬਨ 1 ਅਰਬ ਦਾ ਘਪਲਾ। ਵੈਸੇ ਤਾਂ 4 ਘਪਲੇ ਆ, ਪਰ ਟੋਟਲ ਆਪਾਂ ਕਹਿ ਲਈਏ ਕਿ ਘਪਲਾ 1 ਅਰਬ ਦਾ ਕਰਕੇ ਆਓ ਗਿਆ। ਜਿਵੇਂ ਹਰਜੀਤ ਬਾਜੇਖਾਨੇ ਦੀ ਰੇਡ 'ਤੇ ਹੁੰਦਾ ਸੀ ਨਾ ਕਿ ਹਰਜੀਤ ਨੇ ਹੱਥ ਲਾਇਆ, ਟੱਚ ਕੀਤਾ, ਆਓ ਗਿਆ ਤੇ ਆਓ ਗਿਆ। ਬਸ ਇੱਦਾਂ ਹੀ ਕਹਿੰਦੇ ਕਿ ਆਸ਼ੂ ਦਾ ਖਾਸਮ ਖਾਸ ਹੈ। ਹੱਥ ਪਾਇਆ, ਇਕੱਠਾ ਕੀਤਾ, ਆਓ ਗਿਆ। ਮਤਲਬ ਅਫਸਰਸ਼ਾਹੀ ਦੇ ਇਹ ਜਿਹੜੇ ਅਨਮੋਲ ਰਤਨ ਨੇ ਇਹ ਵੀ ਦਵਾ ਦਵ PR ਖਰੀਦ ਰਹੇ ਨੇ। ਜਦੋਂ ਇਹੋ ਜਿਹੀ ਦੌੜ ਲੱਗੀ ਹੋਵੇ ਤਾਂ ਫਿਰ ਅਸੀਂ ਇਹਨਾਂ ਕਾਰਕਾਂ ਨੂੰ ਲੱਭ ਤੇ ਸਕਦੇ ਹਾਂ ਕਿ ਬਈ ਪ੍ਰਵਾਸ ਕਿਉਂ ਹੋ ਰਿਹਾ ਹੈ। ਪਰ ਇਹਨਾਂ ਕਾਰਕਾਂ ਦੀਆਂ ਗੁੰਝਲਾਂ ਨੂੰ ਖੋਲ੍ਹਦਿਆਂ ਸ਼ਾਇਦ ਦਿਮਾਗ ਪਜ਼ਲ ਹੋ ਜਾਏਗਾ। ਵੈਸੇ ਅੱਜ ਕੱਲ੍ਹ ਅਸੀਂ ਪਜ਼ਲ ਕਰਨਾ ਚਾਹੁੰਦੇ ਨਹੀਂ। ਦਿਮਾਗ ਸਾਡਾ ਸ਼ਾਂਤ ਰਹੇ ਹੋਰ ਮੁੱਦਿਆਂ 'ਤੇ ਤਾਂ ਠੀਕ ਹੈ। ਇਹੋ ਜਿਹੇ ਮੁੱਦੇ ਅੱਜ ਕੱਲ੍ਹ ਦਿਮਾਗ ਨੂੰ ਅਪਸੈਟ ਕਰਦੇ ਆ। ਖੈਰ, ਕਹਾਣੀ ਪ੍ਰਵਾਸ ਨਾਲ ਜੁੜੀ ਹੈ। ਪ੍ਰਵਾਸ ਰੁਕ ਨਹੀਂ ਰਿਹਾ ਅਤੇ ਨਾ ਹੀ ਰੁਕ ਰਹੀ ਹੈ ਪ੍ਰਵਾਸ ਦੇ ਵੇਲੇ ਹੁੰਦੀ ਲੁੱਟ। ਮੈਂ ਲੁੱਟ ਸ਼ਬਦ ਕਿਉਂ ਕਹਿ ਰਿਹਾ? ਬਈ ਜਵਾਨੀ ਹੈ, ਸੁਪਨ ਸਾਜ਼ ਹੈ, ਸੁਪਨੇ ਬਣਾਉਂਦੀ ਹੈ, ਕਲਪਨਾ ਨੂੰ ਖੰਭ ਲਾਉਂਦੀ ਹੈ। ਉਹ ਚਾਹੁੰਦੀ ਹੈ ਕਿ ਬਹੁਤ ਉੱਚਾ ਉੱਡਣਾ ਹੈ, ਬਹੁਤ ਆਕਾਸ਼ ਸਰ ਕਰਨੇ ਨੇ ਅਤੇ ਅਸੀਂ ਇੱਥੇ ਨਹੀਂ ਕਰ ਸਕਦੇ, ਉੱਥੇ ਕਰਾਂਗੇ ਜਾ ਕੇ। ਸੁਪਨਿਆਂ ਦੀ ਧਰਤੀ ਕੈਨੇਡਾ ਹੈ ਸਾਡੀ। ਜਾ ਕੇ ਉੱਥੇ ਹਕੀਕਤ ਦੇ ਤਲਾਅ ਦੇ ਵਿੱਚ ਤਾਰੀਆਂ ਮਾਰਨੀਆਂ ਨੇ। ਮਾੜੀ ਗੱਲ ਨਹੀਂ ਹੈ। ਜਿੱਥੇ ਵੀ ਰੋਜੀ ਰੋਟੀ ਮਿਲਦੀ ਹੈ ਚਲੇ ਜਾਓ ਭਾਈ, ਕਿਉਂਕਿ ਆਪ ਹੀ ਤਾਂ ਅਸੀਂ ਨਾਂ ਦੇ ਦਿੱਤਾ ਨਾ ਕਿ ਦੁਨੀਆ ਹੁਣ ਗਲੋਬਲ ਪਿੰਡ ਹੈ। ਅਤੇ ਗਲੋਬਲ ਪਿੰਡ ਦੇ ਵਿੱਚ ਤੁਸੀਂ ਕਿਸੇ ਨੂੰ ਇੱਕ ਗਲੀ ਤੋਂ ਦੂਜੀ ਗਲੀ ਵਿੱਚ ਜਾਣ ਤੋਂ ਕਿੱਦਾਂ ਰੋਕ ਸਕਦੇ ਹੋ? ਫਿਰ ਉਹ ਗਾਣਾ ਚੇਤੇ ਆ ਜਾਏਗਾ, ਇਹ ਗਲੀ ਸਰਕਾਰੀ ਹੈ, ਸਾਨੂੰ ਰੋਕ ਨਹੀਂ ਸਕਦੀ ਤੂੰ। ਤਾਂ ਹਰੇਕ ਬੰਦਾ ਕਹੇਗਾ ਕਿ ਭਾਈ ਇਹ ਨੀਤੀ ਸਰਕਾਰੀ ਹੈ, ਨਿੱਜੀ ਫੈਸਲਾ ਹੈ, ਅਸੀਂ ਜਾਵਾਂਗੇ ਤੇ ਜਾਵਾਂਗੇ। ਪਰ ਹੁਣ ਜਾਣਾ ਕਾਹਦੇ ਨਾਲ ਹੈ? ਵੀਜ਼ਾ ਲੱਗਦਾ ਹਜ਼ੂਰ, ਇੱਕ ਪਾਸਪੋਰਟ 'ਤੇ ਮੋਹਰ ਜੀ ਲੱਗਦੀ ਹੈ ਕਹਿੰਦੇ, ਅਤੇ ਫਿਰ ਬੰਦਾ ਚਲੇ ਜਾਂਦਾ ਹੈ ਆਪਣੇ ਸੁਪਨਿਆਂ ਦੀ ਧਰਤੀ ਨੂੰ। ਪਰ ਵੀਜ਼ਾ ਵੀ ਅੱਜ ਕੱਲ੍ਹ ਔਖਾ ਲੱਗਦਾ ਜੇ ਕੈਨੇਡਾ ਦਾ। ਜਿਹੜੀ ਰਿਫਿਊਜ਼ਲ ਕੋਵਿਡ ਤੋਂ ਪਹਿਲਾਂ ਮਹਿਜ਼ 15% ਸੀ ਸਟੂਡੈਂਟਾਂ ਦੀ, ਅੱਜ 45 ਹੋ ਗਈ ਹੈ। 45 ਮਤਲਬ ਕਿ 100 ਨੇ ਅਪਲਾਈ ਕੀਤਾ ਵੀਜ਼ੇ ਵਾਸਤੇ, ਸਟੂਡੈਂਟ ਵੀਜ਼ੇ ਵਾਸਤੇ, ਤਾਂ ਵਿੱਚੋਂ 45 ਦੀ ਰਿਫਿਊਜ਼ਲ ਆ ਰਹੀ ਹੈ। 7 ਬੈਂਡ ਵਾਲੇ ਵੀ ਕਹਿੰਦੇ ਕਿ ਬੈਂਡ ਵੱਜ ਗਏ। ਬਹੁਤ ਔਖਾ ਹੈ ਜੀ, ਬਹੁਤ ਔਖਾ ਹੈ ਇਸ ਝਟਕੇ ਨੂੰ ਸਹਿਣਾ। ਖੈਰ, ਜਿਨ੍ਹਾਂ ਦੇ ਵੀਜ਼ੇ ਲੱਗ ਗਏ ਮੁਬਾਰਕ। ਮਾਂ ਮਿੱਠੇ ਚੌਲਾਂ ਦੇ ਨਾਲ ਦਹੀਂ ਖਿਲਾ ਕੇ ਤੋਰਦੀ ਹੈ ਕਿ ਪੁੱਤ ਚੱਲਿਆ ਸਮੁੰਦਰਾਂ ਤੋਂ ਪਾਰ, ਕਮਾਈਆਂ ਕਰੂਗਾ, ਪੜ੍ਹਾਈਆਂ ਕਰੂਗਾ, ਦੁੱਖ ਤੋੜ ਦੇਊਗਾ, ਕਿਸੇ ਦਿਨ ਸਾਨੂੰ ਵੀ ਸੱਦ ਲਏਗਾ। ਫਿਰ ਅਸੀਂ ਇੱਥੇ ਸ਼ਾਇਦ ਇਹੀ ਕਹਾਂਗੇ ਕਿ ਸੋਹਣੀਆਂ ਸ਼ਕਲਾਂ ਵਾਲੇ ਘਰ ਦੀ ਰੌਣਕ ਲੈ ਗਏ ਨਾਲੇ, ਬੂਹਿਓਂ ਬਾਹਰ ਲਮਕਦੇ ਤਾਲੇ। ਸੋ ਬਜ਼ੁਰਗੀ ਵੀ ਜਵਾਨੀ ਵੀ ਪੰਜਾਬ 'ਚੋਂ ਚਲੇ ਜਾਏਗੀ। ਖੈਰ, ਮੈਂ ਜਿਵੇਂ ਕਿਹਾ ਕਿ ਇਹਦੀਆਂ ਅਲੱਗ ਪਰਤਾਂ ਨੇ, ਪ੍ਰਵਾਸ ਦੀਆਂ ਅੱਡ ਪਰਤਾਂ ਨੇ। ਬਹੁ ਪਰਤੀ ਸਮੱਸਿਆ ਹੁੰਦੀ ਹੈ। ਮੈਂ ਉੱਧਰ ਨਹੀਂ ਜਾਣਾ ਚਾਹੁੰਦਾ। ਮੈਂ ਦੱਸਣਾ ਚਾਹੁੰਦਾ ਕਿ ਜਦੋਂ ਵੀਜ਼ਾ ਲੱਗ ਜਾਂਦਾ ਹੈ, ਵੀਜ਼ਾ ਲੱਗਣ ਤੋਂ ਬਾਅਦ ਵੀ ਤਾਂ ਕੰਮ ਖਤਮ ਨਹੀਂ ਨਾ ਹੁੰਦਾ। ਹੁਣ ਉੱਥੇ ਪਹੁੰਚਣਾ ਕਿਵੇਂ? ਕੈਨੇਡਾ 'ਚ ਕਿਵੇਂ ਜਾਵਾਂਗੇ? ਗੱਡਾ ਜੋੜਾਂਗੇ, ਗਡੀਰਾ ਜੋੜਾਂਗੇ, ਜਾਂ ਟਰੈਕਟਰ ਲੈ ਜਾਵਾਂਗੇ, ਜਾਂ ਸਾਈਕਲ ਹੀ ਠਿੱਲ ਦਿਆਂਗੇ ਸਿੱਧਾ? ਨਹੀਂ, ਜਹਾਜ਼ੇ ਚੜ੍ਹਨਾ ਪਏਗਾ ਨਾ। ਤਾਂ ਜਹਾਜ਼ੇ ਕਾਹਦੇ ਨਾਲ ਚੜ੍ਹਾਂਗੇ? ਟਿਕਟ ਦੇ ਨਾਲ। ਟਿਕਟ ਟੂ ਬਾਲੀਵੁੱਡ ਨਹੀਂ, ਟਿਕਟ ਬਾਲੀਵੁੱਡ ਦੀ ਨਹੀਂ, ਟਿਕਟ ਟੂ ਕੈਨੇਡਾ। ਤਾਂ ਟਿਕਟ ਹਾਸਲ ਕਿੱਦਾਂ ਕੀਤੀ ਜਾਣੀ ਆ? ਮਾਇਆ ਚਾਹੀਦੀ ਆ ਬਈ। ਪਰ ਮਾਇਆ ਤਾਂ ਪਹਿਲਾਂ ਹੀ ਏਜੰਟ ਕੋਲ ਗਈ ਹੋਈ ਹੈ। ਫਾਈਲ ਲਾਈ ਆ, ਫੀਸਾਂ ਭਰੀਆਂ ਨੇ, ਸ਼ੋਪਿੰਗਾਂ ਕੀਤੀਆਂ ਨੇ, ਰਿਸ਼ਤੇਦਾਰ ਆਏ ਆ, ਖਾਣਾ ਵਾਣਾ ਵੀ ਹੋਇਆ, ਪਾਰਟੀਆਂ ਹੋਈਆਂ ਨੇ। ਪੈਸਾ ਕਿੰਨਾ ਕੁ ਬਚਿਆ?
ਨਾਲ ਵੀ ਤੇ ਬੱਚੇ ਨੂੰ ਚਾਹੀਦੇ ਆ ਨਾ ਕੁਛ ਡਾਲਰ, ਉੱਥੇ ਵੀ ਕੁਛ ਜੀ ਕਰੇਗਾ ਖਾਣ ਪੀਣ ਨੂੰ। ਪਰ ਟਿਕਟ ਤੇ ਕਿੰਨਾ ਕੁ ਪੈਸਾ ਲੱਗਦਾ? ਕੁਛ ਕੁ ਹਜ਼ਾਰ ਦੀ ਗੱਲ ਹੋਏਗੀ। ਹਾਂਜੀ ਬਿਲकुल कुछ को हज़ार की टिकट है। हाँ जी हजूर, कुछ को हज़ार की टिकट है। फिर रोना किस गल का? किस बात का रोना है, किस बात पे रोते हो? असल च रोना इस गल का है कि असल च जिहड़ी टिकट आम तौर पर 50 60 70 हज़ार की मिल जाती है कनेडा की, वो इन्हां दिनां दे विच 1,70,000 की मिल रही है। टिकट का रेट पुछो, बच्चे ने जाना, बच्ची ने जाना, 2 ਲੱਖ टिकट चल रहा है जी रेट। ਤੁਹਾਡੇ ਪਿੰਡ ਵਾਲੇ ਦਾਨਾ ਸਿੰਘ ਜੀ ਦਾ ਫੋਨ ਆਇਆ ਸੀ, ਉਹਦੇ ਕਰਕੇ ਕੋਈ 10-20 ਹਜ਼ਾਰ ਘੱਟ ਕਰ ਦਿਆਂਗੇ। ਪੈਸਾ ਕੈਸ਼ 'ਚ ਚਾਹੀਦਾ ਜੀ, ਕੈਸ਼ ਚਾਹੀਦਾ। ਲਓ ਜੀ ਲਓ। ਹੁਣ ਵਿਪਤਾ ਇਹ ਹੈ ਕਿ ਬਹੁਤ ਘੱਟ ਦਿਨ ਬਚਦੇ ਆ ਜਦੋਂ ਵੀਜ਼ਾ ਆਉਂਦਾ ਹੈ। ਬੜੀਆਂ ਪ੍ਰਕਿਰਿਆਵਾਂ ਡੂੰਘੀਆਂ ਤੇ ਗੂੰਜੀਆਂ ਹੁੰਦੀਆਂ। ਡੂੰਘੀਆਂ ਇਸ ਕਰਕੇ ਕਹਿ ਰਿਹਾ ਕਿ ਸਾਡਾ ਉਦੋਂ ਤੱਕ ਜਾਂ ਉੱਥੋਂ ਤੱਕ ਹੱਥ ਨਹੀਂ ਪੈਂਦਾ ਜਿੱਥੋਂ ਸਰਕਾਰਾਂ ਨੇ ਇਹਨਾਂ ਨੂੰ ਠੀਕ ਕਰਨਾ ਹੁੰਦਾ। ਗੂੰਜੀਆਂ ਜਾਂ ਕਹਿ ਲਓ ਕਿ ਗੁੱਝੀਆਂ ਇਸ ਕਰਕੇ ਕਿ ਕਈ ਵਾਰ ਸਾਨੂੰ ਸਮਝ ਹੀ ਨਹੀਂ ਪੈਂਦੀਆਂ। ਹੁਣ ਦਿੱਕਤ ਤੇ ਇਹ ਆ ਕਿ ਟਾਈਮ ਘੱਟ ਬਚਦਾ, ਫਟਾਫਟ ਟਿਕਟ ਖਰੀਦਣੀ ਆ, ਲੀੜੇ ਖਰੀਦਣੇ ਆ, ਬੱਚੇ ਨੂੰ ਚੜਾਉਣਾ ਹੈ। ਪਰ ਇਹੀ ਹੈ ਲੁੱਟ ਦਾ ਵੇਲਾ, ਲੁੱਟ ਦਾ ਮੌਕਾ। ਹੁਣ ਅਸੀਂ ਰੋਈ ਜਾਈਏ, ਹਾਏ ਬ੍ਰੇਨ ਡਰੇਨ, ਬੱਚੇ ਗਏ, ਬਜ਼ੁਰਗ ਹੀ ਗਏ, ਪੰਜਾਬੀ ਗਏ, ਘਰ ਸਖਣੇ, ਪੰਜਾਬ ਸਖਣਾ, ਹਾਏ ਵਾ ਕੀ ਕਰਾਂਗੇ ਮਖਣਾ। ਪਰ ਲੁੱਟਣ ਵਾਲੇ ਨਹੀਂ ਇਹ ਚੀਜ਼ ਸੋਚਦੇ। ਉਹ ਕਹਿੰਦੇ ਦੇਸ਼ ਕੋਈ ਵੀ ਹੋਵੇ, ਧਰਮ ਕੋਈ ਵੀ ਹੋਵੇ, ਸਾਡਾ ਕੰਮ ਹੈ ਲੁੱਟਣਾ। ਲੁੱਟਾਂਗੇ ਤੇ ਠੋਕ ਵਜਾ ਕੇ ਲੁੱਟਾਂਗੇ। ਇਹੋ ਜਿਹੇ ਲੋਕਾਂ ਦੀ ਕਹਾਣੀ ਹੈ। ਜਿਵੇਂ ਕਹਿੰਦੇ ਹੁੰਦੇ ਸੀ ਨਾ ਪੰਜਾਬੀ ਬਜ਼ੁਰਗ ਸਾਡੇ ਕਿ ਬੱਕਰਾ ਰੋਵੇ ਜਿੰਦ ਨੂੰ ਕਸਾਈ ਰੋਵੇ। ਮੈਨੂੰ ਬੱਕਰਾ ਤੇ ਜਾਨ ਨੂੰ ਰੋ ਰਿਹਾ ਹੈ, ਕਸਾਈ ਨੂੰ ਹੈਗਾ ਚਰਬੀ ਕਿੰਨੀ ਨਿਕਲੇਗੀ। ਤਾਂ ਇੱਥੇ ਕਸਾਈ ਚਰਬੀ ਕੱਢ ਰਿਹਾ ਹੈ, ਬੱਕਰੇ ਦੀ ਜਿੰਦ ਨਹੀਂ ਦੇਖ ਰਿਹਾ, ਉਹ ਮਿੰਝ ਦੇਖ ਰਿਹਾ। ਤਾਂ ਇਹਨਾਂ ਦਿਨਾਂ ਦੇ ਵਿੱਚ ਉਹ ਟਿਕਟ ਜਿਹੜੀ ਆਮ ਤੌਰ 'ਤੇ 1,70,000-80,000 ਦੀ ਕਦੇ ਹੋ ਹੀ ਨਹੀਂ ਸਕਦੀ, ਕਦੇ ਸੁਣਿਆ ਹੀ ਨਹੀਂ, ਜਿਹੜੀ 50-60-70,000 ਦੀ ਹੁੰਦੀ ਹੈ, ਉਹ ਅੱਜ ਇਹਨਾਂ ਵੇਲਿਆਂ 'ਚ ਕਿਉਂ ਇੰਨਾ ਜ਼ਿਆਦਾ ਰੇਟ ਕਰੀ ਬੈਠੀ ਹੈ? ਤਾਂ ਕਹਾਣੀ ਕੁਛ ਹਜ਼ੂਰ ਇਸ ਤਰ੍ਹਾਂ ਦੀ ਹੈ ਕਿ ਇਹ ਇੱਕ ਖੇਡ ਹੈ। ਔਰ ਖੇਡ ਸਭ ਦੀ ਸਮਝ ਦੇ ਵਿੱਚ ਪੈ ਜਾਵੇ, ਸਭ ਦੀ ਨਜ਼ਰ 'ਚ ਪੈ ਜਾਵੇ, ਇਹ ਕਦੇ ਕਦੇ ਹੁੰਦਾ ਨਹੀਂ ਹੈ। ਇਸ ਖੇਡ ਨੂੰ ਜਾਣਨ ਲਈ ਅਸੀਂ ਥੋੜ੍ਹਾ ਜਿਹਾ ਅੱਗੇ ਗਏ ਤਾਂ ਪਤਾ ਲੱਗਿਆ ਕਿ ਅਸਲ ਦੇ ਵਿੱਚ ਟੋਰਾਂਟੋ ਵੈਨਕੂਵਰ ਵਾਸਤੇ ਸਿੱਧੀਆਂ ਫਲਾਈਟਾਂ ਨੇ, ਕੁਛ ਸਟੇ ਕਰਕੇ ਫਲਾਈਟਾਂ ਜਾਂਦੀਆਂ, ਮਸਲਨ UK ਜਾਂ ਚਾਈਨਾ ਵਿੱਚ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਉਹਨਾਂ ਦਾ ਸਟੇ ਹੁੰਦਾ ਹੈ। ਤਾਂ ਇਸ ਤਰ੍ਹਾਂ ਪਹੁੰਚਦਾ ਹੈ ਬੱਚਾ ਕੈਨੇਡਾ। ਪਰ ਇਹ ਕੀ ਕਰਦੇ ਨੇ? ਕੁਛ ਮਹਾਰਥੀ ਨੇ ਜਿਹਦੇ ਵਿੱਚ ਜਲੰਧਰ ਦੇ ਵੀ ਨੇ, ਕੁਛ ਚੰਡੀਗੜ੍ਹ ਦੇ ਨੇ, ਕੁਛ ਹੋਰ ਸ਼ਹਿਰਾਂ ਦੇ ਵੀ ਨੇ। ਇਹ ਮਹਾਰਥੀ ਜਲਦੀ ਬੇਨਕਾਬ ਹੋ ਸਕਦੇ ਆ, ਹੋ ਜਾਣਗੇ, ਮੈਨੂੰ ਉਮੀਦ ਵੀ ਆ। ਤੇ ਜੇ ਨਾ ਹੋਏ ਤਾਂ ਫਿਰ ਹੌਲੀ ਹੌਲੀ ਕੀਤੇ ਜਾਣਗੇ। ਗੱਲ ਇਹ ਆ ਕਿ ਬਲਕ ਦੇ ਵਿੱਚ ਟਿਕਟਾਂ ਖਰੀਦ ਲੈਂਦੇ ਆ। ਇਹਨਾਂ ਨੂੰ ਪਤਾ ਹੁੰਦਾ ਜਨਵਰੀ 'ਚ ਰਸ਼ ਪੈਣ ਵਾਲਾ ਹੈ, ਮਈ 'ਚ ਰਸ਼ ਪੈਣ ਵਾਲਾ ਹੈ, ਫਿਰ ਅਗਸਤ, ਇਹਨਾਂ ਦਿਨਾਂ 'ਚ ਰਸ਼ ਪੈਣ ਵਾਲਾ ਹੈ। ਇਹ ਪਹਿਲਾਂ ਹੀ ਬਲਕ 'ਚ ਟਿਕਟਾਂ ਖਰੀਦ ਲੈਂਦੇ ਏਅਰਲਾਈਨਸ ਤੋਂ। ਟਿਕਟਾਂ ਖਰੀਦ ਕੇ ਰੱਖ ਲਈਆਂ, ਫਿਰ ਉਹਨਾਂ ਨੂੰ ਇੱਕ ਇੱਕ ਕਰਕੇ ਵੇਚਦੇ ਆ ਤੇ ਫਿਰ ਇਸ ਤਰ੍ਹਾਂ ਹੱਥ ਰੰਗੇ ਜਾਂਦੇ ਆ। ਔਰ ਕਈ ਮੌਕਿਆਂ 'ਤੇ ਜਦੋਂ ਐਂਡ 'ਤੇ ਕੰਮ ਆ ਜਾਂਦਾ, ਐਨ ਗੱਲ ਸਿਰੇ 'ਤੇ ਲੱਗੀ ਹੁੰਦੀ ਆ, ਉਸ ਵੇਲੇ 2.5 ਲੱਖ ਦੀ ਵੀ ਟਿਕਟ ਵੇਚ ਰਹੇ ਨੇ। 2.5 ਲੱਖ ਮਤਲਬ ਕਿ ਸਿੱਧਾ ਹੀ ਲਾ ਲਓ, ਜੇ 1.5 ਲੱਖ ਦੀ ਟਿਕਟ 50,000 ਦੇ ਹਿਸਾਬ ਨਾਲ ਲੱਖ ਰੁਪਇਆ, ਤੇ ਜੇ ਟਿਕਟ 2.5 ਲੱਖ 'ਚ ਵਿਕੀ ਤਾਂ 2 ਲੱਖ ਦਾ ਬਲੈਕ ਦਾ ਫਾਇਦਾ। ਇਸ ਦਾ ਉਸੇ ਤਰ੍ਹਾਂ ਦਾ ਮਿਸਾਲ ਆ ਜਿਵੇਂ ਪਿਛਲੇ ਸਮਿਆਂ 'ਚ ਅਸੀਂ ਸਿਨੇਮਾ ਦੇਖਣ ਜਾਂਦੇ ਸੀ। ਮੇਰੇ ਟਾਈਮ ਦੇ ਜਿਹੜੇ ਮਾਡਲ ਹੋਣਗੇ ਉਹਨਾਂ ਨੂੰ ਪਤਾ ਹੋਏਗਾ, ਜਾਂ ਮੇਰੇ ਤੋਂ ਉੱਚੇ ਮਾਡਲ ਨੇ ਜਿਹੜੇ, ਉਹਨਾਂ ਨੂੰ ਪਤਾ ਹੋਏਗਾ। ਉਹ ਕੀ ਕਰਦੇ ਸੀਗੇ ਉਸ ਟਾਈਮ? ਜਦੋਂ ਖਿੜਕੀ 'ਚ ਜਾਂਦੇ ਸੀ ਉਹਨਾਂ ਨੂੰ ਟਿਕਟ ਦਿੱਤਾ ਜਾਂਦਾ ਸੀਗਾ। ਅੱਜ ਕੱਲ੍ਹ ਤਾਂ ਔਨਲਾਈਨ ਬੁਕਿੰਗ ਹੋ ਜਾਂਦੀ ਹੈ। ਕਈ ਵਾਰ ਫਿਲਮ ਜ਼ਬਰਦਸਤ ਹਿੱਟ ਹੁੰਦੀ, ਇੰਨਾ ਰਸ਼ ਹੁੰਦਾ ਕਿ ਖਿੜਕੀ 'ਤੇ ਟਿਕਟਾਂ ਖਤਮ ਹੋ ਜਾਂਦੀਆਂ। ਉੱਥੇ ਫਿਰ ਖਲੋਤੇ ਹੁੰਦੇ ਬਲਾਈਕੀਏ 1 2 4, ਮਤਲਬ ਕਿ ਦੁੱਗਣੇ ਰੇਟ 'ਤੇ ਲੈ ਲਓ, ਸਿਨੇਮਾ ਦੇਖੋ। ਤਾਂ ਉਹ ਟਿਕਟਾਂ ਇੱਦਾਂ ਹੀ ਕਰਦੇ ਸੀ, ਬਲਕ ਦੇ ਵਿੱਚ ਖਰੀਦ ਲੈਂਦੇ, ਆਪਣੀ ਜੇਬ 'ਚ ਰੱਖਦੇ। ਜਿਵੇਂ ਹੀ ਰਸ਼ ਪੈਂਦਾ ਫਿਰ ਤਿਵੇਂ ਹੀ ਖੇਡਾ ਕਰ ਜਾਂਦੇ। ਸੋ ਇਸੇ ਤਰ੍ਹਾਂ ਦਾ ਇਹ ਖੇਡਾ ਹੋ ਰਿਹਾ ਹੈ, ਇਸੇ ਤਰ੍ਹਾਂ ਦਾ ਇਹ ਖੇਲਾ ਹੋ ਰਿਹਾ ਹੈ।
पर ना सरकार दी, ना समाज दी, ना सोशल मीडिया की किसी की तवज्जो इधर नहीं गई। जे जाती भी तो असीं बोलते नहीं, असीं की लैना है, जो साडा जाएगा वेखी जाऊ, सानू की है। बस आही गल्लां सानू लै बैठियां ने, लैके बैठ रही ने। मैं 2019 च आंकड़ा पढ़िया सी कि 48,000 स्टूडेंट जाता है हर वरे। अज जे 50,000 की एवरेज लाओ, 1 लाख रुपए की लुट लाओ, तो मेरे ख्याल के 50 अरब रुपया बनता है जी। जे वो गिणती तुसीं 2 लाख के हिसाब नाल करोगे तो हिसाब ला लो कि गल कित्थे पहुँच जाएगी, 100 अरब तक। कित्थे जा रहे हैं असीं? मतलब कि साडा 32,000 करोड़ 30,000 करोड़ रुपया फीसां दे रूप दे विच वो तो जा ही रहा है, प्लस लुट दे विच ही साडा 50 अरब 100 अरब रुपया जा रहा है। असीं जागीए ना, फिर असीं कहांगे कि असीं सुत्ते नहीं, असीं ते मुक्के हाँ। असीं सुत्ते नहीं, असीं मुक्के हाँ, मतलब कि हुण जागण दा टाइम ही है नहीं साडा। पर सानू मेरे ख्याल दे नाल बचाव वास्ते जागना ही पऊगा, सानू दोबारा उठना ही पऊगा। असीं वेखीए कि साडे घर नूं भाई चोर लगे हुए ने, ते लोकां दा की है, लीडरां दा की? वो तो कहिंदे आ, वो चोरां नूं कह दिंदे जाओ लगो, ते सानू कहंदे ओए जागो 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 दा होका भी दे दिंदे आ। सो ये खेड चल रही है सूर। साडा काम है असीं तुहाडे तक ले आउने आ, सरकार तक ले आउने आ, पर यह औखा कारज नहीं हैगा। ये जिन्ने भी बल्क दे विच टिकटां खरीदण वाले खरीददार ने या कह लो माफिया ने, मैं इन्हां नूं माफिया कहांगा, इन्हां नूं नत्थ पाउण वास्ते पंजाब सरकार नूं बहुता कुछ करन दी जरूरत नहीं। बस यही वेखो कि बल्क दे विच सौदा कौन मार रहा है, उस तो बाद निगरानी रखो, उस तो बाद मिणो इन्हां दी कोठी, उस तो बाद गिणो इन्हां दीयां कारां, उस तो बाद फिर ये गिन सलाखां। बस खेड खत्म। किड्डी को कहानी औखी है। खैर देखते हैं इस कहानी ते कन कदों को धरिया जाता है। मेरी गुजारिश तुहानूं भी है कि इस मुद्दे नूं वध तो वध शेयर करियो, ताकि असीं एक बहुत वड्डी लुट खसुट जिहड़ी तुहाडे सामने खोली है उहनूं लोकां तक, सरकार तक पहुँचा सकीए। गल जवानी दी हो गई आ, गल थोड़ी जी किसानी दी कर लईए। किसानी एकता, किसान मजदूर एकता, पंजाब हरियाणा एकता जिंदाबाद। भाई वो नारे किते भुल ते नहीं गए, वेखियो किते भुल ना जाओ, वेखी किते भुल जाए ना साडा प्यार। भाई वो भुलना नहीं है, तुसीं याद करना है, क्योंकि किसान का संघर्ष कदे खत्म नहीं होता। किसान का संघर्ष अमुक हुंदा है, मजदूर का संघर्ष अमुक हुंदा है, उन्होंने चलते ही रहना। वर्गां की लड़ाई हमेशा जारी रहेगी। पर इत्थे एक नज़ारा वखरा वेखण नूं मिलिया। पिछले दिनी जंतर मंतर ते किसान इकट्ठे हुए, भरवीं हाज़री सी। डल्लेवाल साहब दिसे, रोबदार बजुर्ग, मुछां कुंडियां, गुरसिख बोलते हैं जदों धड़ल्ले नाल बोलते हैं। कक्का जी पुराने आगू ने, किसी समय RSS के भी नेड़े रहे ने, अजकल वो किसानी एकता का झंडा चुकी फिरदे आ, गए ने भरवीं हाज़री। फिर इस तो इलावा बैरीकेड तो ऐ जाते अजकल, बैरीकेड तो पंजाबी किसानों वास्ते तो इदा हो गया जिदा ताश नूं आपां ना ताश नूं माड़ा जिहा तराशी, बस ऐसी खेड है। बैरीकेड टुट गए, उत्थे किसान जुट गए, बस गल खत्म है। मंगा रखियां, अल्टीमेटम दिता कि नहीं, गल इत्थे मुक्की नहीं। गल जिथों तुरी है, किसान मजदूर एकता की ये सार्थक है। किसान एकता पंजाब हरियाणा एकता की सार्थक है, ਜਾਂ सब तो वड्डा सार्थकता का मसला कि की किसान आगू एकता है। झात मारीए चेहरिਆਂ ते, डल्लेवाल साहब हाज़र ने, राजेवाल साहब कित्थे ने? डल्लेवाल आ गया तो राजेवाल कित्थे रह गया? कहंदे दसी दसी बापू कित्थे को है? विधान सभा दे विच है, पंजाब दे मैदान विच है, जां दिल्ली दे नेड़े तेड़े किते गेड़े आ? पता लग्या कि उत्थे सन दिल्ली दे विच। फिर कहंदे ओ कित्थे गया जिन्हें डुबदा डुबदा अंदोलन बचा लिया सी, जिहदे अख दे हंझू ने हनेर ठा लिया सी, हनेरी लिया दित्ती सी। भज वगे लोग
फैमिलियां लैके हरियाणे चों कि चलिए। चौधरी रो रहा है, बड़ा जबरदस्त समर्थन जुटिया। वो कित्थे सी? कहंदे ਉਹ ਤੇ ਨੇੜੇ ਹੀ ਇੱਕ ਕਿਤਾਬ ਨੂੰ ਰਿਲੀਜ਼ ਕਰਵਾ ਰਿਹਾ ਸੀ, ਨੇੜੇ ਹੀ ਇੱਕ ਕਿਤਾਬ ਨੂੰ ਰਿਲੀਜ਼ ਕਰਵਾ ਰਿਹਾ ਸੀ, ਪੁਸਤਕ ਵਿਮੋਚਨ ਸਮਾਗਮ। ਤੇ ਉਹ ਕਿੱਥੇ ਰਹਿ ਗਿਆ ਜਿਹੜਾ ਸਵਰਾਜ ਦੇ ਨਾਰੇ ਦੇ ਗਿਆ? ਯੋਗੇਂਦਰ ਯਾਦਵ ਕਿੱਥੇ ਆ? ਪਤਾ ਕਰੋ ਬਈ, ਪਤਾ ਕਰੋ। ਤੇ ਯੋਗੇਂਦਰ ਯਾਦਵ ਜੀ ਬਾਰੇ ਪਤਾ ਲੱਗਦਾ ਹੈ ਕਿ ਉਹ ਵੀ ਇੱਕ ਕਲੱਬ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕਰ ਰਹੇ ਨੇ, ਗੁਫ਼ਤਗੂ ਕਰ ਰਹੇ ਨੇ। ਸੋ ਕਿਸਾਨ ਏਕਤਾ ਕੁਛ ਇਸ ਤਰ੍ਹਾਂ ਦੀ ਨਜ਼ਰ ਆਈ ਕਿ ਏਕਤਾ ਪੇਪਰ ਤੇ ਜਾਂ ਨਾਰੇ 'ਚ ਉਹ ਇੱਕ ਵੱਖਰੀ ਕਿਸਮ ਦੀ ਹੁੰਦੀ ਹੈ। ਕਈ ਵਾਰ ਏਕਤਾ ਕੁਛ ਸਰਗਰਮੀਆਂ, ਕੁਛ ਸਰਗੋਸ਼ੀਆਂ ਤੋਂ ਨਜ਼ਰ ਆਉਂਦੀ ਹੈ, ਪਰ ਇਸ ਏਕਤਾ ਦੀ ਹੁਣ ਤੇ ਜ਼ਰੂਰਤ ਸੀ। ਕਮੇਟੀ ਬਣੀ ਪਈ MSP ਵਾਲੀ, ਉਹ ਤੇ ਕੁਛ ਹੋਰ ਹੀ ਰਾਗ ਗਾ ਰਹੇ ਨੇ। ਉਸੇ ਦਿਨ ਉਹ ਅੱਡ ਮੀਟਿੰਗ ਕਰ ਰਹੇ ਨੇ, ਤੁਸੀਂ ਅੱਡ ਮੀਟਿੰਗਾਂ ਕਰ ਰਹੇ ਹੋ, ਕਿਸਾਨ ਅੱਡ ਸੰਘਰਸ਼ ਕਰ ਰਹੇ ਹਨ। ਠੀਕ ਉਸੇ ਤਰ੍ਹਾਂ ਜਿਵੇਂ ਅਬੋਹਰ ਵਾਲੇ ਬੈਠੇ ਨੇ ਕਿਸਾਨ, ਉਹ ਵੀ ਸੰਘਰਸ਼ ਕਰ ਰਹੇ ਨੇ, ਪਰ ਕੀ ਹੈ, ਉਹ ਇੱਕ ਇਲਾਕੇ ਦੇ ਹੈ। ਸਾਡੀ ਏਕਤਾ ਉੱਥੋਂ ਤੱਕ ਜਾਂਦੀ ਨਹੀਂ, ਕਿਉਂਕਿ ਗਾਂ ਰਾਜਸਥਾਨ ਬਾਰਡਰ ਸਟਾਰਟ ਹੋ ਜਾਂਦਾ ਹੈ। ਠੀਕ ਉਸੇ ਤਰ੍ਹਾਂ ਜਿੱਦਾਂ ਜੀਰੇ ਦੇ ਲਾਗੇ ਬੈਠੇ ਨੇ ਕੁਝ ਕਿਸਾਨ, ਬੈਠੇ ਰਹਿਣ ਬਈ, ਉਹਨਾਂ ਦਾ ਮਸਲਾ ਤੇ ਜ਼ਿੰਦਗੀ ਦਾ ਹੈ ਨਾ, ਉਹਦੀ ਕੀ ਵੈਲਿਊ ਹੈ ਇੰਡੀਆ 'ਚ। ਉੱਥੇ ਰੋ ਰਹੇ ਨੇ ਕਿ ਬਈ ਧਰਤੀ ਹੇਠਲਾ ਪਾਣੀ ਗੜਬੜ ਹੋ ਗਿਆ। ਖੈਰ ਚਲੋ, ਇਹ ਜ਼ਰੂਰਤ ਹੈ ਵੈਸੇ ਕਿ ਏਕਤਾ ਕੀਤੀ ਜਾਵੇ, ਏਕਤਾ ਰੱਖੀ ਜਾਵੇ, क्योंकि खतरा टला है, खतरा अभी खत्म नहीं हुआ। सो कहण दा भाव इहो है बई, हुण ते एकता रखण दी जरूरत सी। जदों वेला आया बई, वो कहंदे हुंदे ना कि जदों दंद सी ते छोले नहीं सी, जदों छोले हत्थ आए ते हुण दंद है नहीं। देखदे हां अगे की बनदा है। जवानी किसानी ते उस तो बाद थोड़ी जी पढ़ाई की गल कर लईए। पढ़ाई बिना बई तुहानूं पता ही है, काला अक्षर कहते ना, बैस बराबर। पढ़ाई तो बगैर तो अकलां बाजों खूह खाली। वो कहण दा मतलब कि इलम तो बगैर तो कुछ भी नहीं है। इलम की गल करिए, बीते कुछ दिन साडे अच्छे नहीं गुजरे। मैं कहूँगा कि वो बड़े साडे वास्ते सोचण वाले दिन ने। पहला तो एक यूनीवर्सिटी का रौला पैंदा है, उस यूनीवर्सिटी के VC ते दोष लग गए कि बेनियमियां कीतियां गई ने। VC साहब बोले कि जिन्हां ने दोष लाए आ, असल च बेनियमियां तो उन्होंने कीतियां। उन्हां दी भी एसोसीएशन दे एक अहुदेदार की जिहड़ी नियुक्ति है उन्होंने चैलेंज हो गया। मसला है गुरु नानक देव यूनीवर्सिटी अमृतसर का। अच्छा, एक दूजे ते इल्ज़ाम तराशियां, यही दौर चलता है सियासत दे विच, यही दौर चलता है सियासत दे नाल जुड़ियां पदवियां ते। क्योंकि VC साहब दी कहंदे कि बई योग्यता ही है नहीं सी, परंतु कैप्टन साहब की योग्यता तो उस टाइम फुल सी, जिन्हां दे राज दे विच ये लगे ही नहीं, एक्सटेंशन भी मैं लगाई। खैर ये रौला ठप होया। अगले दिन यही VC साहब पटियाला यूनीवर्सिटी च जाते हैं, पता काहदे वास्ते? बेनियमियां की जांच करने वास्ते। कमाल है भाई, कमाल है। मतलब कि जिहदे ते खुद जांच खुल रही है तो जो VC साहब कहते हैं कि भाई आउण दिओ, वैलकम वैलकम वैलकम, आ जावे जिन्हें जांच करना है, तो दूसरे पासे उन्हां दी जिम्मेवारी लगी है कि वो जाके एक होर जांच कर रहे हैं। कमाल है भाई, कमाल है। इस तरह PU पंजाब यूनीवर्सिटी, उत्थों भी एक घपला निकलिया सी, जिहदे विच हुण पिछले दिनी 4-4 साल की सज़ा सुनाई गई है। साडियां यूनीवर्सिटियां दे विच चल की रहा है। फिर पटियाला यूनीवर्सिटी दे VC का वीडियो वो भी चर्चित है। जदों इस तरह का माहौल बनया पिया कि यूनीवर्सिटियां करजाई ने, यूनीवर्सिटियां कई बेनियमियां का शिकार ने, यूनीवर्सिटियां इस वेले कई क्राइसिस फेस कर रही ने, उन्होंने ठीक करने की जगह ते आ सब कुछ चल रहा है, तो उत्थे विद्यार्थियों के पढ़न वास्ते माहौल
ਜਿਹਨੂੰ ਆਪਾਂ ਆਈਡੀਅਲ ਮਾਹੌਲ ਕਹਿੰਦੇ ਆ, ਕਿ ਉਹ ਬਣਾ ਪਾ ਰਹੇ ਹਾਂ, ਅਸੀਂ ਬਣਾ ਪਾ ਰਹੇ ਹਾਂ। ਇੱਥੇ UGC ਨੇ ਇੱਕ ਲਿਸਟ ਜਾਰੀ ਕੀਤੀ, ਕਹਿੰਦੇ ਕਿ 21 ਯੂਨੀਵਰਸਿਟੀਆਂ ਫੇਕ ਨੇ, ਪਰ ਜਿਹੜੀਆਂ ਅਸਲ ਯੂਨੀਵਰਸਿਟੀਆਂ ਨੇ, ਜੋ ਸਾਡੀ ਵਿਰਾਸਤ ਨੇ, ਕਿ ਅਸੀਂ ਉਹਨਾਂ ਨੂੰ ਸਾਂਭ ਪਾ ਰਹੇ ਹਾਂ, ਸੰਭਾਲ ਪਾ ਰਹੇ ਹਾਂ। ਗੱਲਾਂ ਇੰਨੀਆਂ ਹੀ ਨੇ, ਅਗਲੀ ਵਾਰ ਫੇਰ ਗੱਲਾਂ ਕਰਾਂਗੇ। ਤਦ ਤੱਕ ਇਜਾਜ਼ਤ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।